हाँ जी, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਇਹ ਕਵਿਤਾ ਲਿਖ ਕੇ ਆਪਣੇ ਉਹ ਬੱਚੇ ਜਿਹੜੇ ਇਸ ਭਾਸ਼ਾ ਨੂੰ ਇੰਗਲਿਸ਼ ਲੈਂਗੁਏਜ ਨੂੰ ਥੋੜ੍ਹਾ ਹਊਆ ਸਮਝਦੇ ਨੇ, ਡਰਦੇ ਨੇ, ਸਿੱਖਦੇ ਨਹੀਂ ਨੇ, ਸੋਚਦੇ ਨੇ ਕਿ ਸਾਨੂੰ ਆਉਣੀ ਨਹੀਂ ਹੈ। ਪਰ ਇੱਦਾਂ ਦਾ ਕੁਛ ਨਹੀਂ ਹੈ। ਕੋਈ ਵੀ ਲੈਂਗੁਏਜ ਅਜਿਹੀ ਨਹੀਂ ਹੈ ਜਿਹੜੀ ਆਪਾਂ ਸਿੱਖ ਨਹੀਂ ਸਕਦੇ ਜੇ ਆਪਾਂ ਚਾਹੁੰਦੇ ਹੋਈਏ ਅਤੇ ਜੇ ਆਪਾਂ ਸਿੱਖਣੀ ਹੈ ਤਾਂ ਆਪਾਂ ਨੂੰ ਪਹਿਲਾਂ ਪਤਾ ਵੀ ਹੋਣਾ ਚਾਹੀਦਾ ਹੈ ਕਿ ਉਸ ਭਾਸ਼ਾ ਦਾ, ਉਸ ਲੈਂਗੁਏਜ ਦਾ ਕੀ ਰੋਲ ਹੈ ਸਮਾਜ ਦੇ ਵਿੱਚ। ਇੰਗਲਿਸ਼ ਲੈਂਗੁਏਜ ਜਿਵੇਂ ਕਿ ਸਾਰਿਆਂ ਨੂੰ ਪਤਾ ਇੰਟਰਨੈਸ਼ਨਲ ਲੈਂਗੁਏਜ ਹੈ। ਜਿਵੇਂ ਕਿ ਗਲੋਬਲਾਈਜੇਸ਼ਨ ਦਾ ਦੌਰ ਚੱਲ ਰਿਹਾ ਹੈ, ਮੋਡਰਨਾਈਜੇਸ਼ਨ, ਗਲੋਬਲਾਈਜੇਸ਼ਨ, 21ਵੀਂ ਸਦੀ ਵਿੱਚ ਆਪਾਂ, ਸਾਡਾ ਪੂਰਾ ਵਰਲਡ ਇੱਕ ਪਿੰਡ ਬਣਿਆ ਹੋਇਆ ਹੈ। ਠੀਕ ਹੈ, ਜਿਵੇਂ ਅਸੀਂ ਦੀ ਇੱਕ ਨੈਸ਼ਨਲ ਲੈਂਗੁਏਜ ਹੈ ਆਪਣੀ ਨੇਸ਼ਨ ਦੇ ਵਿੱਚ ਰਹਿਣ ਲਈ, ਮਾਤ ਭਾਸ਼ਾ ਹੈ ਆਪਣੀ ਸਟੇਟ 'ਚ ਰਹਿਣ ਦੀ, ਉਵੇਂ ਹੀ ਇਟਸ ਇੰਟਰਨੈਸ਼ਨਲ ਲੈਂਗੁਏਜ। ਇਸ ਵਰਲਡ ਦੇ ਵਿੱਚ ਸਰਵਾਈਵ ਕਰਨ ਲਈ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹੋ, ਜੇ ਤੁਹਾਨੂੰ ਕੋਈ ਹੋਰ ਭਾਸ਼ਾ ਨਹੀਂ ਆਉਂਦੀ ਤਾਂ ਇੱਕ ਇੰਟਰਨੈਸ਼ਨਲ ਲੈਂਗੁਏਜ ਹੈਗੀ ਹੈ ਇੰਗਲਿਸ਼, ਜਿਹੜੀ ਤੁਸੀਂ ਬੋਲ ਕੇ, ਸਮਝ ਕੇ ਤੁਸੀਂ ਉੱਥੇ ਰਹਿ ਸਕਦੇ ਹੋ। ਸੋ ਇਸ ਭਾਸ਼ਾ ਦਾ ਆਪਣੀ ਇੱਕ ਇੰਪੋਰਟੈਂਸ ਹੈ ਬਹੁਤ ਵੱਡੀ। ਜੇ ਤੁਹਾਨੂੰ ਆਉਂਦੀ ਹੈ ਤਾਂ ਤੁਹਾਡੇ ਲਈ ਫਾਇਦੇਮੰਦ ਹੀ ਹੈ। ਹਾਂਜੀ, ਮੇਰੀ ਇਹ ਕੋਸ਼ਿਸ਼ ਹੈ ਇੰਗਲਿਸ਼ ਆਂਟੀ ਕਵਿਤਾ ਦੇ ਰੂਪ ਵਿੱਚ। ਇਹ ਇੰਗਲਿਸ਼ ਆਂਟੀ ਐਨੀ ਨਹੀਂ ਔਖੀ ਜਿੰਨਾ ਸਮਝਦੇ ਹੋ ਤੁਸੀਂ ਮੈਨੂੰ। ਜਿਵੇਂ ਮਾਂ ਨੂੰ ਜਾਂਦੇ ਹੋ ਝੱਟ ਸਿਆਣ, ਮਾਂ ਪੰਜਾਬੀ ਭਾਸ਼ਾ, ਜਿਵੇਂ ਮਾਂ ਨੂੰ ਜਾਂਦੇ ਹੋ ਝੱਟ ਸਿਆਣ, ਥੋੜ੍ਹਾ ਦੇ ਦਿਓ ਇਸ ਵੱਲ ਵੀ ਧਿਆਨ, ਥੋੜ੍ਹਾ ਜਿਹਾ ਦੇ ਦਿਓ ਇਸ ਵੱਲ ਵੀ ਧਿਆਨ। ਇੰਗਲਿਸ਼ ਮਾਸੀ ਸਭ ਕੁਝ ਜਾਣੇ, ਕਵਿਤਾਵਾਂ, ਕਹਾਣੀਆਂ ਅਤੇ ਗਾਣੇ ਸੁਣ ਸੁਣ ਕੇ ਤੁਸੀਂ ਇਹਨੂੰ ਸਿੱਖ ਜਾਓਗੇ, ਗਾਣੇ ਤੁਸੀਂ ਵੀ ਅੰਗਰੇਜ਼ੀ 'ਚ ਗਾਓਗੇ। ਹਾਂਜੀ, ਜਦੋਂ ਤੁਸੀਂ ਕੋਈ ਲੈਂਗੁਏਜ ਸਿੱਖਣੀ ਹੁੰਦੀ ਹੈ ਤਾਂ ਤੁਹਾਨੂੰ ਪਹਿਲਾਂ ਉਹਨੂੰ ਸੁਣਨਾ ਪੈਂਦਾ ਹੈ। ਜਿਵੇਂ ਹੁਣ ਆਪਾਂ ਪੰਜਾਬੀ ਕੁਝ ਵੱਖਰਾ ਕਿਸੇ ਸਕੂਲ ਜਾ ਕੇ ਤਾਂ ਨਹੀਂ ਨਾ ਸਿੱਖੀ, ਪੰਜਾਬੀ ਆਪਾਂ ਐਵੇਂ ਸਿੱਖ ਲੈਂਦੇ ਹਾਂ। ਜਦੋਂ ਆਪਾਂ ਗੱਲ ਕਰਦੇ ਹਾਂ, ਛੋਟੇ ਹੁੰਦੇ ਆਪਣੇ ਆਲੇ ਦੁਆਲੇ ਗੱਲ ਹੁੰਦੀ ਹੈ ਪੰਜਾਬੀ ਦੇ ਵਿੱਚ, ਅਤੇ ਆਪਾਂ ਉਹ ਭਾਸ਼ਾ ਸਿੱਖ ਲੈਂਦੇ ਹਾਂ। ਐਵੇਂ ਹੀ ਅੰਗਰੇਜ਼ਾਂ ਦੇ ਬੱਚੇ ਨੇ, ਉਹ ਅੰਗਰੇਜ਼ੀ ਕਿਤੇ ਸਿੱਖਣ ਨਹੀਂ ਜਾਂਦੇ, ਇੰਗਲਿਸ਼ ਕਿਤੇ ਸਿੱਖਣ ਨਹੀਂ ਜਾਂਦੇ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਉਹ ਲੈਂਗੁਏਜ ਬੋਲੀ ਜਾਂਦੀ ਹੈ। ਸੋ ਸੁਣ ਕੇ ਆਪਾਂ ਸਿੱਖਦੇ ਹਾਂ ਸਭ ਤੋਂ ਪਹਿਲਾਂ। ਬੋਲਣ ਵੀ ਤੁਸੀਂ ਲੱਗ ਜਾਓਗੇ ਫਰਾਟੇਦਾਰ ਇਹਨੂੰ, ਹਾਂਜੀ, ਬੋਲਣ ਵੀ ਤੁਸੀਂ ਲੱਗ ਜਾਓਗੇ ਫਰਾਟੇਦਾਰ ਇਹਨੂੰ, ਜੇ ਵਰਤੋਗੇ ਬੋਲਣ ਲਈ ਵਾਰ ਵਾਰ ਇਹਨੂੰ। ਸਲੀਕਾ ਹੈ ਇਸ ਲੈਂਗੁਏਜ ਦੇ ਵਿੱਚ ਇੱਕ ਆਪਣਾ ਹੈ ਸਲੀਕਾ, ਮਿਠਾਸ ਇਹਦੀਆਂ ਅਦਾਵਾਂ, ਇਹਦੇ ਯੂ ਤੋਂ ਮੈਂ ਵਾਰੇ ਵਾਰੇ ਜਾਵਾਂ। ਸਲੀਕਾ, ਮਿਠਾਸ ਇਹਦੀਆਂ ਅਦਾਵਾਂ, ਇਹਦੇ ਯੂ ਤੋਂ ਮੈਂ ਵਾਰੇ ਵਾਰੇ ਜਾਵਾਂ। ਹਾਂਜੀ, ਯੂ ਸ਼ਬਦ ਮੇਰਾ ਫੇਵਰੇਟ ਹੈ, ਬਿਕੋਜ਼ ਜਦੋਂ ਤੁਸੀਂ ਇਹਨੂੰ ਬੋਲਣਾ ਹੈ ਤੁਹਾਨੂੰ ਯੂ ਡੋਂਟ ਹੈਵ ਥਿੰਕ ਕਿ ਤੁਸੀਂ ਕਿਸੇ ਐਲਡਰ ਨਾਲ ਗੱਲ ਕਰ ਰਹੇ ਹੋ, ਯੰਗਰ ਨਾਲ ਗੱਲ ਕਰ ਰਹੇ ਹੋ। ਯੂ ਕੈਨ ਈਜ਼ਲੀ ਯੂਜ਼ ਦਿਸ ਵਰਡ ਯੂ। ਫਿਰ ਸਿੱਖੋਗੇ ਲਿਖਣੀ ਏ, ਟਿਕਦੀ ਨਾ ਏ ਬਹੁਤ ਚਿਕਨੀ ਏ। ਇਹ ਦੇਸ਼ਾਂ ਦੀ ਆਪਸ ਵਿੱਚ ਫਿਕਸਿੰਗ ਕਰਦੀ, ਲਹਿਰਾਉਂਦੀ ਸਤਰਾਂ ਵਿੱਚ ਜਿਵੇਂ ਸਵਿੰਗ ਕਰਦੀ। ਇਹ ਦੇਸ਼ਾਂ ਦੀ ਆਪਸ ਵਿੱਚ ਫਿਕਸਿੰਗ ਕਰਦੀ, ਲਹਿਰਾਉਂਦੀ ਸਤਰਾਂ ਵਿੱਚ ਜਿਵੇਂ ਸਵਿੰਗ ਕਰਦੀ। ਫਿਕਸਿੰਗ ਕਰਦੀ ਮੀਨਸ ਕਿ ਗਲੋਬਲਾਈਜੇਸ਼ਨ ਦਾ ਦੌਰ ਹੈ, ਔਰ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹੋ, ਜੇ ਤੁਹਾਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਤਾਂ ਤੁਸੀਂ ਉੱਥੇ ਜਾ ਕੇ ਇਸ ਲੈਂਗੁਏਜ ਨੂੰ ਯੂਜ਼ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਆਇਲਸ, ਟੋਫਲ ਵਰਗੇ ਕੋਰਸਿਸ ਨੇ, PT ਵਰਗੇ, ਜਿਹੜੇ ਕਿ ਇਸ ਲੈਂਗੁਏਜ ਦੀ ਇੰਪੋਰਟੈਂਸ ਨੂੰ ਦਰਸਾਉਂਦੇ ਨੇ ਕਿ ਹਾਊ ਇੰਪੋਰਟੈਂਟ ਦਿਸ ਲੈਂਗੁਏਜ ਇਜ਼ ਇਨ ਨਾਓ ਡੇਜ਼, ਇਨ ਦਿਸ ਮਾਡਰਨ ਈਰਾ। ਹਾਂਜੀ, ਮਾਸੀ ਵੀ ਬੜਾ ਪਿਆਰਾ ਰਿਸ਼ਤਾ ਹੁੰਦਾ ਹੈ। ਨੋ ਡਾਊਟ ਮਾਸੀ ਮਾਂ ਨਹੀਂ ਹੁੰਦੀ, ਪਰ ਮਾਂ ਵਾਂਗ ਹੁੰਦੀ ਹੈ। ਮਾਸੀ ਮਾਂ ਦੀ ਥਾਂ ਤਾਂ ਕਦੇ ਨਹੀਂ ਲੈ ਪਾਵੇਗੀ। ਮਾਂ ਸਾਡੀ ਪੰਜਾਬੀ ਭਾਸ਼ਾ ਬੜੀ ਪਿਆਰੀ ਭਾਸ਼ਾ ਹੈ। ਮਾਸੀ ਮਾਂ ਦੀ ਥਾਂ ਤਾਂ ਕਦੇ ਨਹੀਂ ਲੈ ਪਾਵੇਗੀ, ਪਰ ਇਸ ਅੰਬਰਾਂ ਵੱਲ ਵੱਧਦੇ ਸੰਸਾਰ ਵਿੱਚ ਤੁਹਾਡਾ ਡੰਗ ਜ਼ਰੂਰ ਸਾਰੇਗੀ, ਤੁਹਾਡਾ ਡੰਗ ਜ਼ਰੂਰ ਸਾਰੇਗੀ। ਧੰਨਵਾਦ।